कोरोना तो डरो ना, डरो ना, डरो ना। एक नवी बीमारी चली है, बई जागते रहना, बई जागते रहना, बई जागते रहना। ਪ੍ਰੋਗਰਾਮ ਦਸਤਕ ਵਿੱਚ ਹੁਣ ਸੁਣੋ ਇੱਕ ਵਿਸ਼ੇਸ਼ ਮੁਲਾਕਾਤ ਕੋਰੋਨਾ ਮਹਾਮਾਰੀ ਭਵਿੱਖ ਦੀਆਂ ਚੁਣੌਤੀਆਂ ਲਈ ਪਟਿਆਲਾ ਵਿੱਚ ਤਿਆਰੀਆਂ। ਇਹ ਮੁਲਾਕਾਤ ਕੀਤੀ ਹੈ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨਾਲ ਅਮਰਜੀਤ ਵੜੈਚ ਨੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ 4-5 ਮਹੀਨਿਆਂ ਤੋਂ ਪੂਰੀ ਦੁਨੀਆ ਦੇ ਵਿੱਚ ਕਰੋਨਾ ਬਾਰੇ ਜਿਹੜੀ ਚਰਚਾ ਚੱਲਦੀ ਆ ਰਹੀ ਹੈ, ਇਸ ਬਾਰੇ ਚਿੰਤਾ ਸਾਰੀ ਦੁਨੀਆ ਦੇ ਵਿੱਚ ਹੈ। ਦੁਨੀਆ ਦੇ ਵਿੱਚ ਪਹਿਲਾ ਕੇਸ ਚੀਨ ਦੇ ਵਿੱਚ 2019 ਦਸੰਬਰ ਦੇ ਅਖੀਰ ਵਿੱਚ ਆਇਆ। ਭਾਰਤ ਵਿੱਚ ਇਸੇ ਹੀ ਵਰੇ ਜਨਵਰੀ ਦੇ ਅਖੀਰ ਵਿੱਚ, ਪੰਜਾਬ ਵਿੱਚ 9 ਮਾਰਚ ਨੂੰ, ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ 28 ਮਾਰਚ ਨੂੰ ਪਹਿਲਾ ਕੇਸ ਆਇਆ। ਉਸ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਤਬਦੀਲੀਆਂ ਵੇਖ ਚੁੱਕੇ ਹਾਂ, ਬਹੁਤ ਸਾਰਾ ਕੁਝ ਅਸੀਂ ਦੇਖਿਆ ਇਸ ਸਮੇਂ ਦੇ ਦੌਰਾਨ। ਅੱਜ ਵਰਤਮਾਨ ਸਥਿਤੀ ਕੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਕਿਸ ਤਰ੍ਹਾਂ ਤਿਆਰੀਆਂ ਕੀਤੀਆਂ ਨੇ, ਇਸ ਬਾਰੇ ਗੱਲਬਾਤ ਕਰਨ ਲਈ ਅਸੀਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ IAS ਉਹਨਾਂ ਨਾਲ ਗੱਲ ਕਰ ਰਹੇ ਹਾਂ। DC ਸਾਹਿਬ, ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦੀ ਸਥਿਤੀ ਦੇ ਵਿੱਚ ਪਟਿਆਲੇ ਦੀ ਜਿਹੜੀ ਸਥਿਤੀ ਹੈ, ਕਿਉਂਕਿ ਸਾਨੂੰ ਇਹ ਪਤਾ ਲੱਗਿਆ ਕਿ ਪਟਿਆਲਾ ਕਈ ਖੇਤਰਾਂ ਦੇ ਵਿੱਚ ਅੱਗੇ ਨੈਸ਼ਨਲ ਲੈਵਲ 'ਤੇ ਵੀ ਔਰ ਪੰਜਾਬ ਦੇ ਲੈਵਲ 'ਤੇ ਵੀ ਅੱਗੇ ਹੈ, ਸੋ ਅੱਜ ਦੀ ਕੀ ਸਥਿਤੀ ਹੈ? ਕੋਵਿਡ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਪਟਿਆਲਾ ਇਜ਼ ਬਲੈਸਡ ਕਿ ਸਾਡੇ ਕੋਲ ਜਿਹੜਾ ਹੈ ਇਨਫਰਾਸਟ੍ਰਕਚਰ ਕਾਫੀ ਹੈਗਾ। ਜਦੋਂ ਤੁਸੀਂ ਕਿਹਾ, ਜਿਵੇਂ ਤੁਸੀਂ ਕਿਹਾ ਹੈ ਕਿ ਮਾਰਚ ਦੇ ਵਿੱਚ ਜਦੋਂ ਪਹਿਲਾ ਕੇਸ ਪੰਜਾਬ 'ਚ ਆਇਆ ਸੀਗਾ, ਜਨਤਾ ਕਰਫਿਊ ਲੱਗਿਆ, ਫਿਰ 23 ਮਾਰਚ ਨੂੰ ਪਹਿਲੀ ਵਾਰ ਲਾਕਡਾਊਨ ਲੱਗਾ। ਉਹਦੇ ਬਾਅਦ ਪੰਜਾਬ ਗੌਰਮੈਂਟ ਜਿਹੜੇ CM ਸਾਹਿਬ ਹੈਗੇ ਪੰਜਾਬ ਦੇ, ਉਹਨਾਂ ਨੇ ਵੀ ਲਾਕਡਾਊਨ ਦਾ ਐਲਾਨ ਕੀਤਾ। ਪਹਿਲਾ ਕੇਸ ਜਿਵੇਂ ਤੁਸੀਂ ਕਿਹਾ ਕਿ ਪਟਿਆਲਾ 'ਚ 28 ਮਾਰਚ ਨੂੰ ਆਇਆ ਸੀਗਾ, ਜਿਹੜਾ ਰਾਜਪੁਰੇ ਦੇ ਵਿੱਚ ਸੀਗਾ, ਘਨੌਰ ਬਲਾਕ ਦੇ ਵਿੱਚ। ਬਾਈ ਮਾਰਚ 30th ਪਟਿਆਲਾ ਵਾਸ ਪ੍ਰੀਪੇਅਰਡ ਵਿਦ ਰਿਸਪੈਕਟ ਟੂ ਦੀ ਇਨਫਰਾਸਟ੍ਰਕਚਰ। ਅਸੀਂ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ ਰੱਖ ਲਿਆ ਆਪਣੇ ਕੋਲ। ਲਾਕਡਾਊਨ ਦਾ ਜਿਹੜਾ ਹੈਗਾ ਅਸੀਂ ਬਹੁਤ ਯੂਜ਼ ਕੀਤਾ ਹੈ। ਆਪਣੀ ਟੈਸਟਿੰਗ ਕਿਟਸ, ਆਪਣੇ ਕੰਟੇਨਮੈਂਟ ਪੋਲਿਸੀਜ਼ ਐਂਡ ਜਿੰਨੇ ਵੀ ਪ੍ਰੋਟੋਕੋਲ ਸੀਗੇ ਉਹ ਸੈੱਟ ਹੋਏ ਜੀ। ਹੁਣ ਤੱਕ ਅਸੀਂ ਦੇਖਿਆ ਕਿ ਪਟਿਆਲੇ ਦੀ ਜਿਹੜੀ ਟੈਸਟਿੰਗ ਦਰ ਹੈ ਉਹ ਵੀ ਬੜੀ ਕਮਾਲ ਦੀ ਹੈ, ਔਰ ਜਿਹੜੀ ਮੌਤ ਦਰ ਹੈ ਉਹਦੇ ਵਿੱਚ ਵੀ ਅਸੀਂ ਰਾਸ਼ਟਰੀ ਪੱਧਰ ਨਾਲੋਂ ਬਹੁਤ ਥੱਲੇ। ਇਸ ਬਾਰੇ ਜਿਹੜੇ ਖਾਸ ਤਰ੍ਹਾਂ ਦੀ ਸਾਡੀ ਅਚੀਵਮੈਂਟ ਰਹੀ ਪਟਿਆਲੇ ਦੀ, ਇਹਦੇ ਕੀ ਕਾਰਨ ਰਹੇ ਨੇ? 2-3 ਚੀਜ਼ ਹੈ ਜੀ। कोशिश सारे बंदे करते हैं, कोशिश सारे महकमे कर रहे ਸੀਗੇ। इशू 2 ही है इसमें, अर्ली टेस्टिंग एंड अर्ली डिटेक्शन ਜਿਹੜਾ ਹੈਗਾ ਉਹ ਕੀ ਹੈਗਾ। ਇਹ ਬਿਮਾਰੀ ਦਾ ਸਿੰਪਲ ਜਿਹਾ ਇਲਾਜ ਇਹ ਹੈ ਕਿ ਅਗਰ ਬੰਦੇ ਦਾ अर्ਲੀ ਟੈਸਟਿੰਗ ਹੋ ਜਾਏ ਤੇ ਉਹਦੀ अर्ਲੀ ਡਿਟੈਕਸ਼ਨ ਹੋ ਜਾਏ ਕਿ ਉਹ ਜਿਹੜਾ ਹੈ ਕੋਵਿਡ ਪੀੜਿਤ ਹੈ, ਔਰ ਉਹਨੂੰ ਅਸੀਂ ਨਾਲ ਦੇ ਨਾਲ ਮੈਡੀਕਲ ਇਨਫਰਾਸਟ੍ਰਕਚਰ ਦੇ ਥੱਲੇ ਲਿਆਈਏ ਤਾਂ ਕहीं ਨਾ ਕहीं ਜਾਨ ਬਚ ਜਾਂਦੀ ਹੈਗੀ। ਜਿਵੇਂ ਤੁਸੀਂ ਕਿਹਾ ਸਾਡੀ ਜਿਹੜੀ ਟੈਸਟਿੰਗ ਦੀ ਦਰ ਹੈ ਉਹ ਜ਼ਿਆਦਾ ਹੈਗੀ। ਮੈਂ ਤੁਹਾਨੂੰ ਇਹ ਸੂਚਿਤ ਵੀ ਕਰ ਦੇਵਾਂ ਕਿ ਸਾਡੀ ਜਿਹੜੀ ਜ਼ਿਲ੍ਹੇ ਦੀ ਪੋਪੂਲੇਸ਼ਨ ਹੈ ਉਹ 20 ਲੱਖ ਦੇ ਨੇੜੇ ਤੇੜੇ ਹੈਗੀ। ਹੁਣ ਤੱਕ ਅਸੀਂ 32,000 ਟੈਸਟਿੰਗ ਕਰ ਚੁੱਕੇ ਹਾਂ, ਤਾਂ ਇਹਦਾ ਮਤਲਬ ਹੈ 16,000 ਪਰ ਮਿਲੀਅਨ ਟੈਸਟਿੰਗ ਹੈ। ਜਦੋਂ ਤੁਸੀਂ ਟੈਸਟਿੰਗ ਵਧਾਓਗੇ ਕੇਸ ਆਪਣੇ ਆਪ ਵੱਧਦੇ ਹੈ, ਬਟ ਹਾਲੇ ਵੀ ਸਾਡਾ ਇਨਫਰਾਸਟ੍ਰਕਚਰ ਇਕਵਿਪਡ ਹੈਗਾ, ਸਿਰਫ 15% ਬੈੱਡ ਫਿਲ ਹੈ, 85% ਇਨਫਰਾਸਟ੍ਰਕਚਰ ਹਾਲੇ ਵੀ ਫਿਲ ਨਹੀਂ ਹੋਇਆ ਹੈਗਾ। तो मेरा ये मानना ਟੈਸਟਿੰਗ ਐਂਡ ਜਿਹੜੀ ਟ੍ਰੇਸਿੰਗ ਹੈ ਐਂਡ अर्ਲੀ ਡਿਟੈਕਸ਼ਨ ਜਿਹੜੀ ਹੈਗੀ ਉਹ ਸਭ ਤੋਂ ਇੰਪੋਰਟੈਂਟ ਹੈਗੀ। ਚਲੋ ਇਹ ਦੁਆ ਕਰਦੇ ਹਾਂ ਕਿ ਸਾਨੂੰ ਬਾਕੀ ਇਨਫਰਾਸਟ੍ਰਕਚਰ ਭਰਨਾ ਹੀ ਨਾ ਪਵੇ, ਲੋਕੀ ਵੈਸੇ ਹੀ ਠੀਕ ਹੋ ਜਾਣ। ਇਸੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਔਰ ਜ਼ਿਲ੍ਹਾ ਪੱਧਰ ਤੇ ਵੱਖਰੇ ਚੱਲ ਰਿਹਾ ਕੰਮ, ਉਹਦੀ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਸਥਿਤੀ ਹੈ, ਕਿਸ ਤਰ੍ਹਾਂ ਲਾਗੂ ਹੋਇਆ ਹੋਇਆ? ਮਿਸ਼ਨ ਫਤਿਹ ਇੱਕ ਬਹੁਤ ਚੰਗਾ ਉਪਰਾਲਾ ਹੈ। ਕੋਵਿਡ ਜਿਹੜਾ ਤੁਸੀਂ ਅਗਰ ਦੇਖੋ, ਇੱਕ ਤਾਂ ਅਸੀਂ ਮਿਹਨਤ ਕਰੇ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ, ਬਟ ਲੋਕਾਂ ਦਾ ਜਿਹੜਾ ਬਿਹੇਵੀਅਰ ਹੈ, ਲੋਕੀ ਜਦ ਤੱਕ ਸਾਡੇ ਨਾਲ ਨਹੀਂ ਜੁੜेंगे ਇਹ ਬਿਮਾਰੀ ਦੇ ਨਾਲ ਨਜਿੱਠਣ ਲਈ ਅਸੀਂ ਵੀ ਇਤਨੇ ਇਕਵਿਪਡ ਨਹੀਂ ਹੁੰਦੇ ਹੈਗੇ। ਤੁਸੀਂ ਚਾਹੇ ਕਿਸੇ ਵੀ ਕੰਟਰੀ ਦੀ ਹਾਲਤ ਦੇਖੋ, ਜਦ ਤੱਕ ਲੋਕੀ ਨਹੀਂ ਜੁੜਦੇ, ਤੁਸੀਂ ਸਾਊਥ ਕੋਰੀਆ ਦਾ ਮਾਡਲ ਦੇਖ ਲਓ, ਆਸਟ੍ਰੇਲੀਆ ਦਾ ਮਾਡਲ ਦੇਖ ਲਓ, ਚਾਈਨਾ ਦਾ ਮਾਡਲ ਦੇਖ ਲਓ। ਤਾਂ ਮਿਸ਼ਨ ਫਤਿਹ ਇੱਕ ਕਾਰਗਰ ਸਕੀਮ ਹੈਗੀ, ਕਾਰਗਰ ਪ੍ਰਪੋਜ਼ਲ ਹੈ। ਅਸੀਂ ਜਦ ਮਿਸ਼ਨ ਫਤਿਹ ਲੈ ਕੇ ਲੋਕਾਂ ਤੱਕ ਜਾਂਦੇ ਹੈਗੇ, ਲੋਕੀ ਸਮਝਦੇ। 2 ਦਿਨ ਪਹਿਲੇ ਮੈਂ ਖੁਦ ਜਿਹੜਾ ਹੈ ਵਰਲਡ ਸਿਟੀ ਦੇ ਅੰਦਰ ਚੱਕਰ ਮਾਰਿਆ, ਅਸੀਂ 2-2.5 ਘੰਟੇ ਉੱਥੇ ਜਿਹੜਾ ਸਪੈਂਡ ਕੀਤਾ। ਇਹ ਖੁਸ਼ੀ ਦੀ ਗੱਲ ਹੈ 60-70% ਬੰਦੇ ਹਾਲੇ ਵੀ ਮਾਸਕ ਦਾ ਉਪਯੋਗ ਕਰਦੇ, ਸੋਸ਼ਲ ਡਿਸਟੈਂਸਿੰਗ ਵੀ ਕਰਦੇ। ਕहीं ਨਾ ਕहीं ਉਹ 20% ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈ ਅਸੀਂ ਮਿਸ਼ਨ ਫਤਿਹ ਦੇ ਅੰਦਰ DPRO ਸਾਹਿਬ ਹੈਗੇ, ਸਾਡੇ ਜਿੰਨੀ ਵੀ ਆਰਗੇਨਾਈਜੇਸ਼ਨ ਹੈ, ਨਹਿਰੂ ਯੁਵਾ ਕੇਂਦਰ, ਯੂਥ ਵਾਲੰਟੀਅਰਸ, ਪਿੰਡਾਂ ਦੇ ਲੈਵਲ 'ਚ ਸਾਡੇ ਜਿਹੜੇ ਪਟਵਾਰੀ ਹੈਗੇ, ਪੰਚਾਇਤ ਸੈਕਟਰੀ, ਆਸ਼ਾਸ ਹੈਗੇ, ਉਹ ਵੀ ਇਸ ਮਿਸ਼ਨ ਨੂੰ ਲੈ ਕੇ ਨਾਲ ਚੱਲ ਰਹੇ ਨੇ ਜੀ। ਇਸ ਸਮੇਂ ਦੇ ਦੌਰਾਨ DC ਸਾਹਿਬ ਪਤਾ ਲੱਗਿਆ ਕਿ ਜਿਹੜੇ ਲੋਕ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਐਡਮਿਨਿਸਟ੍ਰੇਸ਼ਨ ਹੈ ਔਰ ਡਾਕਟਰਸ ਨੇ, ਨਰਸਿਸ ਨੇ, ਉਹਨਾਂ ਦਾ ਅੱਗੇ ਸਟਾਫ ਹੈਗਾ, ਉਹ ਸਭ ਤੋਂ ਵੱਡੇ ਰਿਸਕ ਤੇ ਉਹ ਨੇ, ਕਿਉਂਕਿ ਫਰੰਟ ਲਾਈਨ ਤੇ ਉਹ ਲੜ ਰਹੇ ਨੇ। ਉਹਨਾਂ 'ਚੋਂ ਵੀ ਕੁਝ ਲੋਕਾਂ ਨੂੰ ਹੋਇਆ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਜਦੋਂ ਲਾਕਡਾਊਨ ਹੋਇਆ ਅਸੀਂ ਦੇਖਿਆ ਕਿ ਇਹਨਾਂ ਲੋਕਾਂ ਨੇ ਕੰਮ ਕੀਤਾ, ਪ੍ਰਸ਼ਾਸਨ ਨੇ, ਪੁਲਿਸ ਨੇ, ਔਰ ਇਹਦੇ ਵਿੱਚ ਜਿਹੜੇ ਸਫਾਈ ਸੇਵਕ ਸੀਗੇ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ। एकदम ठीक है जी। फ्रंट लाइन वर्कर जिमें इन्होंने काम किया हैगा और जिस तरह से इन्होंने अपना जोड़ा है कैरेक्टर शो किया है,
ਆਈ ਥਿੰਕ ਦਿਸ ਇਜ਼ ਨੇਸ਼ਨ ਬਿਲਡਿੰਗ ਐਂਡ ਦਿਸ ਇਜ਼ ਦ ਕੈਰੈਕਟਰ ਵਿਚ ਵੀ ਹੈਵ ਸ਼ੋਨ। ਅਸੀਂ ਬਹੁਤ ਪ੍ਰਾਊਡ ਹੈ ਇਹਨਾਂ ਦੇ ਪ੍ਰਤੀ। ਕਈ ਬੰਦੇ ਸਾਡੇ ਜਿਹੜੇ ਹੈਗੇ ਕੋਵਿਡ ਪੋਜ਼ਿਟਿਵ ਵੀ ਨਿਕਲੇ, ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਦਾ। ਟੀਵੀ ਹਸਪੀਟਲ 'ਚ ਸਾਡਾ ਇੱਕ ਸੀਨੀਅਰ ਰੈਸੀਡੈਂਟ ਹੈ, ਉਹ ਪਰਸੋਂ ਪੋਜ਼ਿਟਿਵ ਆਇਆ ਤੇ ਕਹਿੰਦਾ ਸਰ ਜਦੋਂ ਹੀ ਮੈਂ ਠੀਕ ਹੋ ਜਾਵਾਂਗਾ ਸਭ ਤੋਂ ਪਹਿਲਾ ਕੰਮ ਮੈਂ ਵਾਪਸ ਆ ਕੇ ਕੰਮ ਕਰਾਂਗਾ ਜੀ। ਤਾਂ ਇਹਦਾ ਮਤਲਬ ਹੈ ਜਿਹੜੇ ਬੱਚੇ ਹੈ, ਜਿਹੜੇ ਸਫਾਈ ਸੇਵਕ ਨੇ, ਜਿਹੜੇ ਸਾਡੀ ਨਰਸਿਸ ਹੈਗੀਆਂ, ਸਾਡੇ ਡਾਕਟਰਸ ਹੈਗੇ, ਸਪੈਸ਼ਲੀ ਪੁਲਿਸ ਫੋਰਸਿਸ ਹੈਗੀਆਂ, ਆਪਣੇ ਕਾਰਪੋਰੇਸ਼ਨ ਦੇ ਜਿੰਨੇ ਮਹਿਕਮੇ ਦੇ, ਸਪੈਸ਼ਲੀ ਸਾਡੇ ਤਹਿਸੀਲਦਾਰ ਹੋ ਗਏ, ਫਰੰਟ ਲਾਈਨ ਵਰਕਰ ਹੋ ਗਏ, ਸਾਡੇ ADC SDM, ਜਦੋਂ ਅਸੀਂ ਇੱਥੋਂ ਲੇਬਰ ਤੋਰ ਰਹੇ ਸੀਗੇ, ਅਸੀਂ ਰੇਲਵੇ ਸਟੇਸ਼ਨ ਦੇ ਵਿਚਕਾਰ ਬੈਠ ਕੇ ਇਹਨਾਂ ਦਾ ਜਿਹੜਾ ਹੈਗਾ ਕੋਸ਼ਿਸ਼ ਇਹ ਕੀਤੀ ਕਿ ਆਪਣੇ ਪਰਿਵਾਰ ਦੇ ਨਾਲ ਮਿਲੇ। ਤਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਤਰ੍ਹਾਂ ਕਿਸੇ ਵੀ ਟਾਈਮ 'ਚ ਇਨ ਫਰੰਟ ਲਾਈਨ ਵਰਕਰਾਂ ਨੂੰ ਇਹ ਲਗਾ ਕਿ ਅਸੀਂ ਕਿਸੇ ਔਰ ਦੇ ਲਈ ਕਰ ਰਹੇ ਹਾਂ। ਉਹ ਇਹ ਕਰ ਰਹੇ ਅਸੀਂ ਆਪਣੀ ਨੇਸ਼ਨ, ਆਪਣੀ ਸਟੇਟ, ਆਪਣੇ ਲੋਕਾਂ ਦੇ ਲਈ ਕਰ ਰਹੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਬਹੁਤ ਸਾਰੇ ਮਜ਼ਦੂਰ ਇੱਥੇ ਫਸੇ ਸੀ ਦੂਸਰੇ ਰਾਜਾਂ ਦੇ, ਤੇ ਉਹਨਾਂ ਨੂੰ ਹੌਲੀ ਸਰਕਾਰਾਂ ਨੇ ਤਿਆਰ ਕੀਤਾ, ਭੇਜਣ ਲਈ ਗੱਡੀਆਂ ਭੇਜੀਆਂ। ਪਟਿਆਲੇ ਦੇ ਵਿੱਚੋਂ ਕਿੰਨੇ ਕੁ ਜਿਹੜੇ ਆ ਉਹ ਮਜ਼ਦੂਰ ਗਏ, ਗੱਡੀਆਂ ਗਈਆਂ ਨੇ ਇੱਥੋਂ? ਜਦੋਂ ਸ਼ੁਰੂ ਹੋਇਆ ਸੀਗਾ, ਇਹ ਮਈ ਮਹੀਨੇ ਦੀ ਗੱਲ ਹੈਗੀ, ਜਦੋਂ ਆਲ ਇੰਡੀਆ ਲੈਵਲ 'ਚ ਤੁਸੀਂ ਦੇਖਿਆ ਸੀ ਕਿ ਦਿੱਲੀ 'ਚ ਵੀ ਕੁਝ ਇਸ਼ੂਜ਼ ਹੋਏ। ਉਹਦੇ ਬਾਅਦ ਪੰਜਾਬ ਗਵਰਨਮੈਂਟ ਬਿਕੇਮ ਵੈਰੀ ਕੌਨਸ਼ੀਅਸ, ਟ੍ਰੇਨ ਚਲਾਈਆਂ ਗਈਆਂ ਜੀ ਅਕ੍ਰੋਸ ਦੀ ਕੰਟਰੀ, ਚਾਹੇ ਉਹ ਕਸ਼ਮੀਰ ਹੋ, ਰਾਜਸਥਾਨ ਹੋ, ਬਿਹਾਰ, ਝਾਰਖੰਡ, ਅਸਮ। ਅਸੀਂ ਟੋਟਲ 35,000 ਲੇਬਰਸ ਨੂੰ ਜਿਹੜਾ ਹੈਗਾ ਉਹਨਾਂ ਦੇ ਘਰ ਪਹੁੰਚਾਇਆ। ਪਟਿਆਲਾ ਜ਼ਿਲ੍ਹੇ ਤੋਂ 24 ਟ੍ਰੇਨਸ ਚਲਾਈਆਂ ਗਈਆਂ, ਕਈ ਸੈਂਕੜੋਂ ਬੱਸਿਸ ਚਲਾਈਆਂ ਗਿਆ, ਔਰ ਇਹ ਕੋਸ਼ਿਸ਼ ਕੀਤੀ ਕਿ ਉਹ ਆਪਣੇ ਘਰ ਪਹੁੰਚਣ। ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀ ਸਿਹਤ, ਉਹਨਾਂ ਦੇ ਬੱਚੇ ਦਾ ਜਿਹੜਾ ਹੈਗਾ ਸਾਰਾ ਰੱਖ ਰਖਾਵ, ਉਹ ਸਾਰਾ ਕੁਝ ਇਨਸ਼ੋਰ ਕਰਕੇ ਉਹਨਾਂ ਨੂੰ ਭੇਜਿਆ ਸੀਗਾ ਜੀ। ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਲਈ ਵੀ ਅਸੀਂ ਤਿਆਰ ਹੋਣਾ ਹੈ, ਲੇਕਿਨ ਇਸ ਸਮੇਂ ਦੇ ਦੌਰਾਨ ਲੋਕਾਂ 'ਚ ਵੀ ਇਹ ਗੱਲ ਹੁੰਦੀ ਹੈ, ਤੁਸੀਂ ਪ੍ਰਸ਼ਾਸਨ ਨੇ ਤਾਂ ਮਹਿਸੂਸ ਕੀਤਾ ਹੀ ਹੋਏਗਾ ਕਿ ਸਰਕਾਰ ਦੀਆਂ ਇੰਨੀਆਂ ਹਦਾਇਤਾਂ ਦੇ ਬਾਵਜੂਦ ਕਈ ਥਾਵਾਂ ਤੇ ਲੋਕ ਜਿਹੜੇ ਆ ਉਹ ਜਿਹੜੀ ਛੋਟੀ ਜਿਹੀ ਗਲਤੀ ਕਰਦੇ ਆ ਉਹ ਫਿਰ ਕਈ ਵਾਰੀ ਵੱਡੀ ਬਣਦੀ ਹੈ। ਜਿਵੇਂ ਸਬਜ਼ੀ ਮੰਡੀਆਂ ਦੇ ਵਿੱਚ, ਇਸੇ ਤਰ੍ਹਾਂ ਬਾਜ਼ਾਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ ਲੋਕ ਜਿਹੜੇ ਆ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਦੀ, ਅਸੀਂ ਕੁਝ ਪਿੰਡਾਂ 'ਚ ਹੋ ਕੇ ਆਏ ਆ, ਤੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹ ਨਹੀਂ ਇਹਨਾਂ ਗੱਲਾਂ ਨੂੰ ਫੋਲੋ ਕਰਦੇ, ਤੇ ਲੋਕ ਇਹੀ ਕਹਿੰਦੇ ਆ ਕਿ ਸਾਡੇ ਤਾਂ ਜੀ ਡੰਡੇ ਨਾਲ ਹੀ ਠੀਕ ਹੋਣਗੇ। ਇਸ ਸਥਿਤੀ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿਉਂਕਿ ਬਹੁਤ ਕੰਮ ਤੇ ਕੀਤਾ ਜਾ ਚੁੱਕਿਆ ਕਿ ਇਹਦੇ ਲਈ ਕੁਝ ਕਰਨ ਦੀ ਲੋੜ ਹੈ, ਜਾਂ ਤੁਸੀਂ ਸਮਝਦੇ ਹੋ ਕਿ ਜਿਵੇਂ ਜਦੋਂ ਕਰੋਨਾ ਆਇਆ ਸੀ ਇੱਕ ਡਰ ਸੀ, ਦਹਿਸ਼ਤ ਸੀ ਲੋਕਾਂ ਵਿੱਚ, ਲੇਕਿਨ ਹੌਲੀ ਹੌਲੀ ਉਹ ਦਹਿਸ਼ਤ ਹੋ ਗਈ ਖਤਮ, ਤੇ ਉਹਦਾ ਕਾਰਨ ਹੈ ਕਿ ਲੋਕ ਇੰਨੀਆਂ ਖੁੱਲ੍ਹਾਂ ਲੈਣ ਲੱਗ ਪਏ ਨੇ? ਇਹਦੇ ਦੋ ਪਹਿਲੂ ਹੈ ਜੀ। ਦੇਖੀਏ, ਆਪਾਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਹੈਗਾ, ਡੰਡਾ ਨੋ ਡਾਊਟ ਸੋਲੂਸ਼ਨ ਹਰ ਚੀਜ਼ ਦਾ ਹੁੰਦਾ ਹੈਗਾ। ਮੈਨੂੰ ਲੱਗਦਾ ਅਸੀਂ 70 ਸਾਲ ਦੀ ਡੈਮੋਕ੍ਰੇਸੀ 'ਚ ਹੈਗੇ, ਲੋਕੀ ਸਮਝਦਾਰ ਨੇ, ਐਜੂਕੇਸ਼ਨ ਪੈਨੇਟ੍ਰੇਸ਼ਨ ਹੈਗਾ, ਇਹ ਲੋਕਾਂ ਦਾ ਬਿਹੇਵੀਅਰ ਲੋਕੀ ਸਮਝਦੇ, ਮੈਚਿਓਰ ਹੈਗੇ। ਮੈਂ ਕੱਲ ਵੀ ਆਪਣੀ ਜਿਹੜੀ ਫੇਸਬੁੱਕ ਲਾਈਵ ਤੇ ਇਹ ਕਿਹਾ ਕਿ ਅਗਰ ਨਹੀਂ ਮਾਣेंगे ਤਾਂ ਅਸੀਂ ਤੋਂ ਐਕਸ਼ਨ, ਔਰ ਸਾਰਾ ਜਿਹੜਾ ਐਕਸ਼ਨ ਹੋਗਾ ਉਹ ਪ੍ਰੋਪਰ ਜਿਹੜਾ ਹੈਗਾ ਕੰਕਰੀਟ ਹੋਏਗਾ ਜੀ। ਇਹਦੇ ਵਿੱਚ ਔਰ 2-4 ਇਸ਼ੂਜ਼ ਹੈ ਜੀ, ਮਤਲਬ ਸਮਝਣ ਦੀ ਇਹ ਲੋੜ ਹੈ। ਸਬਜ਼ੀ ਮੰਡੀ ਦੀ ਤੁਸੀਂ ਗੱਲ ਕੀਤੀ, ਅਗਰ ਲੋਕੀ ਨਹੀਂ ਸਮਝਦੇ, ਸੋਸ਼ਲ ਡਿਸਟੈਂਸਿੰਗ ਨਹੀਂ ਕਰਦੇ, ਅਸੀਂ ਜਿਹੜਾ ਹੈਗਾ ਲੋਕਡਾਊਨ ਨਹੀਂ ਕਰ ਸਕਦੇ, ਬਟ ਅਸੀਂ ਉਸ ਏਰੀਆ ਨੂੰ ਕੰਟੇਨ ਜ਼ਰੂਰ ਕਰ ਦਿੰਦੇ ਅਗਰ ਪੋਜ਼ਿਟਿਵ ਕੇਸ ਆਉਂਦਾ ਹੈਗਾ। ਹਾਂ, ਲੋਕਾਂ ਨੂੰ ਦਿੱਕਤ ਹੈ, ਲੋਕਾਂ ਦਾ ਸਬਰ ਵੀ ਟੁੱਟ ਰਿਹਾ ਸੀਗਾ, ਸਾਈਕੋਲੋਜੀਕਲ ਇਸ਼ੂਜ਼ ਹੈਗਾ, ਆਪਾਂ ਨੂੰ ਉਹ ਵੀ ਮੱਦੇਨਜ਼ਰ ਰੱਖਣਾ ਪੈਂਦਾ ਹੈਗਾ। ਬਟ ਮੈਂ ਫਿਰ ਤੁਹਾਡੇ ਮਾਧਿਅਮ 'ਚ ਲੋਕਾਂ ਨੂੰ ਯਹੀ ਅਪੀਲ ਕਰਦਾ, ਅਗਲੇ 1 ਜਾਂ 1.5 ਮਹੀਨਾ ਜੋ ਮੈਨੂੰ ਪਰਸਨਲੀ, ਜੋ ਮੇਰੀ ਨੌਲੇਜ ਹੈ, ਇਹ 2.5 ਮਹੀਨੇ 'ਚ ਜੋ ਮੈਂ ਸਮਝ ਪਾਇਆ ਕੋਵਿਡ ਬਿਮਾਰੀ ਦੇ ਬਾਰੇ, ਅਗਲਾ 1.5-2 ਮਹੀਨਾ ਜਿਵੇਂ ਅਸੀਂ ਪੀਕ ਕਰ ਰਹੇ ਨੇ, ਇਸ ਟਾਈਮ ਤੇ ਸਾਨੂੰ ਇਹਤਿਆਤ ਰੱਖਣਾ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਥਿੰਗਸ ਕੈਨ ਗੋ ਆਊਟ ਆਫ ਹੈਂਡ। ਨੋ ਡਾਊਟ ਪਟਿਆਲਾ ਦੇ ਕੋਲ ਬੈਡਸ ਹੈਗੇ, ਇਨਫਰਾਸਟ੍ਰਕਚਰ ਹੈ, ਟੈਸਟਿੰਗ ਕਿਟਸ ਹੈ, ਡਾਕਟਰਸ ਹੈ, ਪੈਰਾਮੈਡਿਕਸ ਹੈ, ਬਟ ਆਪਾਂ ਨੂੰ ਹੁਣ ਵੀ ਇਹ ਸਮਝਣਾ ਕਿ ਇਹ ਚੀਜ਼ ਘਰ 'ਚ ਹੀ ਖਤਮ ਹੋ ਸਕਦੀ ਹੈ। ਅਗਰ ਤੁਸੀਂ ਹੱਥ ਧੋ, ਆਪਣੇ ਬਜ਼ੁਰਗ ਦਾ ਧਿਆਨ ਰੱਖੋ, ਆਪਣੇ ਬੱਚੇ ਦਾ ਧਿਆਨ ਰੱਖੋ, ਬਾਹਰ ਘੱਟ ਨਿਕਲੋ, ਜਦ ਤੱਕ ਲੋੜ ਨਹੀਂ ਹੈ ਆਪਣੇ ਘਰੇ ਰਹੋ ਜੀ। ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਐਕਸ਼ਨ ਵੀ ਲਿਆ ਜਾ ਸਕਦਾ, ਜਿਹੜੇ ਲੋਕ ਉਲੰਘਣਾ ਕਰਦੇ ਆ, ਉਹ ਕਿਸ ਕਿਸਮ ਦਾ ਨਵੀਂ ਕੋਈ ਐਡ ਉਹਦੇ ਵਿੱਚ ਹੋਇਆ ਮਾਸਕ ਬਾਰੇ, ਸੋਸ਼ਲ ਡਿਸਟੈਂਸਿੰਗ ਬਾਰੇ? CM ਸਾਹਿਬ ਦੇ ਵੱਲੋਂ ਅਗਰ ਤੁਸੀਂ ਦੇਖਿਆ ਪਿਛਲੇ ਹਫਤੇ, ਇਟ ਵਾਜ਼ ਅ ਵੈਰੀ ਇੰਪੋਰਟੈਂਟ ਡਿਸੀਜਨ ਵਿਚ ਵਾਜ਼ ਮੇਡ ਬਾय ਆਨਰੇਬਲ CM। ਜਿੱਥੇ ਮਾਸਕ ਨਹੀਂ ਪਹਿਨ ਰਹੇ ਅਸੀਂ ਉੱਥੇ ਚਾਲਾਨ ਵੀ ਕਰ ਰਹੇ ਨੇ। ਅਸੀਂ 12,000 ਦੇ ਨੇੜੇ ਤੇੜੇ ਚਾਲਾਨ ਕੀਤਾ, 35 ਲੱਖ ਰੁਪਏ ਇਕੱਠਾ ਕੀਤਾ। ਇਟਸ ਨਾਟ ਅਬਾਊਟ ਮਨੀ, ਬਟ ਮਨੀ ਇਜ਼ ਅ ਡੈਟਰੈਂਸ ਕਿ ਭਾਈ ਪੈਸਾ ਲੈਂਗੇ। ਲੋਕੀ ਕਈ ਵਾਰ ਸਮਝਦੇ हैं ਮੈਰਿਜ ਫੰਕਸ਼ਨਸ ਜਾਂ ਮੈਰਿਜ ਪੈਲੇਸਿਸ ਦੇ ਵਿੱਚ ਅਗਰ ਜਿਵੇਂ CM ਸਾਹਿਬ ਨੇ ਕਿਹਾ ਕਿ ਐਗਜ਼ੈਕਟ ਨੰਬਰ ਤੋਂ ਜ਼ਿਆਦਾ ਕੋਈ ਹੋਏਗਾ ਤਾਂ ਅਸੀਂ FIR ਜਾਂ ਚਾਲਾਨ ਕਰਾਂਗੇ। ਅਸੀਂ ਚਾਲਾਨ ਵੀ ਕੀਤੇ, FIR ਵੀ ਕੀਤੀ ਹੈ। ਲੋਕੀ ਹੁਣ ਸਮਝ ਵੀ ਰਹੇ, ਜਿਵੇਂ ਕੇਸ ਵਧੇ ਲੋਕਾਂ ਦੇ ਵਿੱਚ ਪੈਨਿਕ ਹੈ, ਬਟ ਅਸੀਂ ਇਹ ਕੋਸ਼ਿਸ਼ ਕਰੇ ਉਹ ਪੈਨਿਕ ਦਾ ਮਾਹੌਲ ਵੀ ਨਾ ਰਹੇ, ਆਪਾਂ ਇੱਕਦਮ ਸਮੂਥਲੀ ਇਸ ਦੌਰ ਤੋਂ ਗੁਜ਼ਰ ਜਾਵਾਂ ਜੀ। ਯੂਨਾਈਟਿਡ ਸਟੇਟਸ ਤੋਂ ਜਿਹੜੀ ਆ ਹੁਣੇ ਹੀ ਇੱਕ ਰਿਪੋਰਟ ਆਈ ਹੈ ਕਿ ਪੂਰੀ ਦੁਨੀਆ ਦਾ ਇਹ ਸਰਵੇਖਣ ਹੋਣ ਤੋਂ ਬਾਅਦ ਇਹ ਸਾਹਮਣੇ ਆਈ ਹੈ ਗੱਲ ਕਿ ਲੋਕ ਜਿਹੜੇ ਆ ਉਹ ਸ਼ੁਰੂ ਦੇ ਵਿੱਚ ਕਰੋਨਾ ਤੋਂ ਡਰੇ ਸੀਗੇ, ਤੇ ਉਹਦਾ ਡਰ ਸੀ ਉਹਨਾਂ ਨੂੰ, ਲੋਕਡਾਊਨ ਤੋਂ ਨਹੀਂ ਡਰੇ ਉਹਨੇ ਉਹ। ਸੋ ਇਹ ਹੁਣ ਸਥਿਤੀ ਜਿਹੜੀ ਆ ਉਲਟੀ ਹੋ ਗਈ ਹੈ, ਲੋਕੀ ਕਰੋਨਾ ਤੋਂ ਡਰ ਨਹੀਂ ਰਹੇ ਹੈਗੇ, ਲੇਕਿਨ ਲੋਕਡਾਊਨ ਤੋਂ ਜਿਹੜੇ ਆ ਉਹ ਡਰਦੇ ਹੈਗੇ ਆ। ਸੋ ਇਸ ਸਥਿਤੀ 'ਚ ਤੁਸੀਂ ਹੁਣ
ਸਾਡੇ ਲੋਕਾਂ ਨੂੰ ਕੀ ਕੁਝ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਉਸ ਸਥਿਤੀ 'ਚ ਵਾਪਸ ਨਾ ਜਾਈਏ ਜਿਸ 'ਚੋਂ ਅਸੀਂ ਪਿਛਲੇ 4 ਮਹੀਨਿਆਂ 'ਚੋਂ ਲੰਘ ਕੇ ਇੰਨੀ ਪ੍ਰੋਗਰੈਸ ਕਰਕੇ ਇੱਥੇ ਪਹੁੰਚ ਚੁੱਕੇ ਹੋਏ ਹਾਂ। देखिए जी, जो मैं फिर से वही कह रहा हूँ, जी लिमिटेड नॉलेज जो लिमिटेड एक्सपीरियंस मैं गैदर कर पाया, लाइफ टाइम अपॉर्चुनिटी हैगी। अगर तुसी मास्क पहनो और सोशल डिस्टेंस का वर्त करो, आप 2 मीटर 2 फुट की गल करते 5 फुट रख लो, मैनू नहीं लगता ये वायरस तुहानू अटैक कर सकता है अनलैस एंड अंटिल तुसी बहुत ज़्यादा कॉन्टैक्ट च नहीं रहे। तुसी देखो साउथ कोरिया मॉडल जोड़ा हैगा, उन्होंने विदाउट लॉकडाउन जोड़ा हैगा उन्होंने केसेस एकदम घट रखे जस्ट बिकॉज उनका बिहेवियर चंगा सेगा। मास्क, सोशल डिस्टेंस एंड साफ सफाई, आई थिंक इस तो चंगी कोई गल नहीं हो सकती। लोगों को मैं फिर तुहाडे माध्यम से ये अपील करदा, तुसी जिन्नी दूरी बनाए रख सकते हो अपने घरे भी। मैं पर्सनली अपने बच्चे को नहीं मिलता जी, 3 महीने हो गए मैं उन्होंने टच भी नहीं किया जी। आई एनश्योर कि मैं उहदे तो दूर रहां बिकॉज उन्होंने कुछ होएगा तो असी भी इफेक्ट होंगे और नाल दे नाल साडा काम भी इफेक्ट होंदा है। तो ये मोरल रिस्पॉन्सिबिलिटी है कि असी अपने नाल आपां नूं कुछ हो जाए बट आपां लोकां दी लाइफ दे नाल नहीं खेल सकते जी। डीसी साहब, ਇੰਨੇ ਵੱਡੇ ਜਦੋਂ ਪੱਧਰ ਤੇ ਕੋਈ ਨਾ ਕੋਈ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਸਾਰਿਆਂ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਔਰ ਖਾਸ ਤੌਰ ਤੇ ਜਿਹੜੀਆਂ ਸੰਸਥਾਵਾਂ ਨੇ, ਸਾਡੀਆਂ ਸਮਾਜਿਕ ਸੰਸਥਾਵਾਂ ਨੇ, ਪਿੰਡਾਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ ਨੇ, ਮੰਦਰ ਕਮੇਟੀਆਂ ਨੇ ਜਾਂ ਹੋਰ ਸਮਾਜ ਲਈ ਬਣੀਆਂ ਸੰਸਥਾਵਾਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਇਸ ਵਕਤ ਲੋੜ ਹਰ ਪੱਧਰ ਦੇ ਉੱਤੇ, ਤੁਹਾਡੀ ਗੱਲ ਤੋਂ ਆ ਜਿਸ ਤਰ੍ਹਾਂ ਦੇ ਅੰਕੜੇ ਸਾਡੇ ਕੋਲੇ ਆ ਰਹੇ ਆ ਕਿ ਅਸੀਂ ਪੀਕ ਵਾਲੇ ਪਾਸੇ ਜਾ ਰਹੇ ਹਾਂ ਤੇ ਸਾਨੂੰ ਗਰਾਊਂਡ ਲੈਵਲ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਤਿਆਰ ਹੋਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਜੋੜਨ ਲਈ ਤੁਸੀਂ ਕੀ ਕਹੋਗੇ? ਮਾਰਚ ਮਹੀਨੇ ਦੇ ਵਿੱਚ ਅਸੀਂ ਨਾ ਕਾਫੀ ਮੀਟਿੰਗ ਕੀਤੀਆਂ ਸੀਗੀਆਂ, ਅਸੀਂ ਰਿਲੀਜੀਅਸ ਲੋਕਾਂ ਦੇ ਨਾਲ ਗੱਲ ਕੀਤੀ, ਮੀਟਿੰਗਸ ਕੀਤੀਆਂ ਸੀਗੀਆਂ। ਤੁਹਾਨੂੰ ਬਹੁਤ ਚੰਗੀ ਖਬਰ ਹੈ ਸੁਣ ਕੇ ਕਿ ਅਸੀਂ 10,000 ਪਲੇਟਸ ਰੋਜ਼ ਖਵਾਉਂਦੇ ਸੀਗੇ ਲੋਕਾਂ ਨੂੰ ਇੱਥੇ ਲੋਕਡਾਊਨ ਦੇ ਵਿੱਚ। 10,000 ਖਾਣੇ ਦੀ ਪਲੇਟ ਬਹੁਤ ਹੁੰਦੀ ਹੈ ਔਰ ਅਸੀਂ ਸਿਰਫ ਰੈੱਡ ਕਰਾਸ ਦੇ ਥੱਲੇ ਕੀਤਾ। ਐਸੀ ਕੋਈ ਆਰਗੇਨਾਈਜੇਸ਼ਨ ਨਹੀਂ ਸੀਗੀ ਪਟਿਆਲਾ 'ਚ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ। ਮੈਂ ਬਹੁਤ ਧੰਨਵਾਦੀ ਉਹਨਾਂ ਦਾ। ਜਿਹੜੇ ਆਈਸੋਲੇਸ਼ਨ ਸੈਂਟਰ 'ਚ ਖਾਣਾ ਜਾਂਦਾ ਸੀਗਾ ਉਹ ਵੀ ਇੱਕ ਰਿਲੀਜੀਅਸ ਆਰਗੇਨਾਈਜੇਸ਼ਨ ਦੇ ਵੱਲੋਂ ਹੀ ਜਾਂਦਾ ਸੀਗਾ। ਅੱਜ ਵੀ ਕਿੱਥੇ ਵੀ ਸਾਨੂੰ ਲੋੜ ਪੈਂਦੀ, ਜਿੰਨੀ ਵੀ ਆਰਗੇਨਾਈਜੇਸ਼ਨਸ ਹੈ, NGO ਹੈ, ਸਮਾਜਿਕ ਸੰਸਥਾ ਹੈਗੀ, ਉਹ ਸਾਡੇ ਨਾਲ ਜੁੜੀਆਂ ਹੈਗੀਆਂ। ਅਸੀਂ ਨਿਰੰਤਰ ਪਰਸਪਰ ਅਸੀਂ ਕੰਟੈਕਟ 'ਚ ਰਹਿੰਦੇ ਹੈਗੇ ਕਿ ਇਸ ਵਕਤ ਪਟਿਆਲੇ ਦੇ ਵਿੱਚ ਜਿਹੜਾ ਸਾਡੇ ਕੋਲੇ ਇਨਫਰਾਸਟ੍ਰਕਚਰ ਹੈ ਕਿ ਅਗਰ ਕੇਸ ਵੱਧਦੇ ਹੈ, ਕੋਈ ਸਮੱਸਿਆਵਾਂ ਆਉਂਦੀਆਂ ਨੇ, ਆਈਸੋਲੇਸ਼ਨ ਦਾ ਕੀ ਪ੍ਰਬੰਧ ਹੈ, ਸਾਡੇ ਕੋਲੇ ਵੈਂਟੀਲੇਟਰਸ ਦਾ ਕੀ ਪ੍ਰਬੰਧ ਹੈ, ਜਿਹੜੇ ਸੀਰੀਅਸ ਕੇਸ ਨੇ ਉਹਨਾਂ ਲਈ ਸਾਡੇ ਕੋਲੇ ਕੀ ਪ੍ਰਬੰਧ ਹੈ? बड़े सिंपल से प्रबंध है जी, बहुत साफ सत्य, बड़ी सिंपल तरीके से ਤੁਹਾਨੂੰ ਮੈਂ ਦੱਸਾਂਗਾ। ਸਾਡੇ ਲੈਵਲ 1, ਲੈਵਲ 2, ਲੈਵਲ 3 ਫੈਸਿਲਿਟੀਜ਼ ਹੁੰਦੀਆਂ ਸੇ ਹੈਗੀਆਂ। ਲੈਵਲ 1 'ਚ ਅਸੀਂ ਜਿਹੜੇ ਮਾਈਲਡ ਏਸਿਮਟੋਮੈਟਿਕ ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ, ਅਸੀਂ ਮੈਰੀਟੋਰੀਅਸ ਸਕੂਲ ਹੈਗਾ ਅਰਬਨ ਸਟੇਟ ਦੇ ਵਿੱਚ, ਉੱਥੇ ਅਸੀਂ 470 ਬੈੱਡ ਦੀ ਆਕੂਪੈਂਸੀ ਦਾ ਇੱਕ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਹੈ। ਲੋੜ ਪੜਨ 'ਚ ਉਹਨੂੰ ਅਸੀਂ 1600 ਔਰ ਵਧਾ ਸਕਦੇ ਪੰਜਾਬੀ ਯੂਨੀਵਰਸਿਟੀ 'ਚ। ਉਹਦੇ ਬਾਅਦ ਵੀ ਲੋੜ ਪੈਂਦੀ ਹੈ, ਅਸੀਂ 350 ਦਾ ਬੈੱਡ ਫੈਸਿਲਿਟੀ ਥਾਪੜ 'ਚ ਕ੍ਰੀਏਟ ਕੀਤਾ ਹੈ। ਉਹਦੇ ਬਾਅਦ ਵੀ ਇਹ ਖਤਮ ਹੋ ਜਾਂਦਾ ਹੈਗਾ ਤੇ 450 ਬੈੱਡ ਦੀ ਕੈਪੈਸਿਟੀ ਲਾਅ ਯੂਨੀਵਰਸਿਟੀ 'ਚ ਕੀਤੀ ਹੈ। ਅਗਰ ਇਸ ਲੈਵਲ 1 'ਚ ਅਗਰ ਕੋਈ ਥੋੜਾ ਬਹੁਤ ਸਿੰਪਟੋਮੈਟਿਕ ਆ ਜਾਂਦਾ, ਆਕਸੀਜਨ ਲੈਵਲ ਗਿਰ ਜਾਂਦੇ, ਅਸੀਂ ਉਹਨਾਂ ਨੂੰ ਲੈਵਲ 2 'ਚ ਸ਼ਿਫਟ ਕਰ ਦਿੰਦੇ ਹਾਂ। ਲੈਵਲ 2 ਸਾਡਾ ਰਾਜਿੰਦਰਾ ਹਸਪੀਟਲ 'ਚ ਸੁਪਰ ਸਪੈਸ਼ਲਿਟੀ ਬਲਾਕ ਦੇ ਵਿੱਚ ਹੈਗਾ ਤੇ ਨਾਭਾ ਸਮਾਣਾ ਰਾਜਪੁਰਾ ਹੈਗਾ। ਉਹਦੇ ਨਾਲ ਦੇ ਨਾਲ ਹੀ ਅਸੀਂ ਆਰਮੀ ਦੇ ਵਿੱਚ ਵੀ 280 ਬੈੱਡ ਦੀ ਹੁਣ ਜਿਹੜਾ ਹੈਗਾ ਸ਼ੁਰੂਆਤ ਕਰਤੀ ਹੈ ਕਿ ਕੱਲ ਤੱਕ ਉਹ ਬੈੱਡ ਵੀ ਬਣ ਜਾਣਗੇ। ਉਹਦੇ ਬਾਅਦ ਵੀ ਕੋਈ ਬੰਦਾ ਵੈਂਟੀਲੇਟਰ 'ਚ ਚਲਾ ਜਾਂਦਾ ਲੈਵਲ 2 ਤੋਂ ਲੈਵਲ 3 ਜਾਣਾ ਪੈਂਦਾ ਹੈਗਾ। साढ़े 40 बेड राजेंद्र हॉस्पिटल च MCH ब्लॉक च है। तो हाले भी खुशखबरी है कि 40 बेड हाले भी खाली है, कोई क्रिटिकल पेशेंट नहीं है साडा। तो दीज आर द फैसिलिटीज विच वी हैव क्रिएटेड। टोटल साढ़े जेडे बेड है वो 3188 है जी। हुण तक सिर्फ 380 ही पेशेंट भरे पड़े जी। ਇਹ ਜ਼ਿਲ੍ਹਾ ਪੱਧਰ ਤੇ ਹੀ ਪ੍ਰਬੰਧ ਨੇ ਜਾਂ ਸਭ ਜਿਹੜੇ ਹਸਪੀਟਲ ਅੱਗੇ ਨੇ ਉਹਨਾਂ 'ਚ ਵੀ ਆਈਸੋਲੇਸ਼ਨ ਵਗੈਰਾ ਦੇ ਪ੍ਰਬੰਧ ਹੈਗੇ ਜਿਹੜੇ ਸਾਡੇ ਰਾਜਪੁਰਾ, ਨਾਭਾ ਜਾਂ ਇਸ ਤਰ੍ਹਾਂ ਦੇ ਬਲਾਕਸ? ਲੈਵਲ 2 ਫੈਸਿਲਿਟੀ ਜਿਹੜੀ ਹੈ ਰਾਜਪੁਰਾ, ਨਾਭਾ, ਸਮਾਣਾ ਵੀ ਕ੍ਰੀਏਟ ਕੀਤੀ ਹੈ ਬਟ ਮੇਰੀ ਕੋਸ਼ਿਸ਼ ਇਹ ਹੈ ਕਿ ਅਸੀਂ ਜ਼ਿਆਦਾ ਪੇਸ਼ੈਂਟਸ ਫੈਲਾਏ ਨਾ, ਇਨ ਪਹਿਲੇ 3 ਫੈਸਿਲਿਟੀਜ਼ 'ਚ ਰੱਖ ਲਈ ਬਿਕੋਜ਼ ਕੋਵਿਡ ਦੇ ਨਾਲ ਆਪਾਂ ਨੂੰ ਨਾਨ ਕੋਵਿਡ ਦਾ ਵੀ ਧਿਆਨ ਰੱਖਣਾ ਹੈ ਜੀ। ਪਤਾ ਚੱਲਾ ਕੋਵਿਡ ਨੂੰ ਦੇਖਦੇ ਪ੍ਰੈਗਨੈਂਟ ਵੀ ਔਰਤਾਂ ਆਉਂਦੀਆਂ ਹੈਗੀਆਂ, ਡਿਲੀਵਰੀਜ਼ ਵੀ ਹੈ, ਕਿਡਨੀ ਡਾਇਲਿਸਿਸ ਵੀ ਹੈਗੇ, ਆਪਾਂ ਉਹਨਾਂ ਦਾ ਵੀ ਰੱਖ ਰਖਾਵ ਰੱਖਣਾ ਹੈ। ਤਾਂ ਹਾਲੇ ਮੈਂ ਮਿਕਸਿੰਗ ਨਹੀਂ ਕਰਨ ਦੇ ਰਿਹਾ। कोशिश ये कि मैं पहले पटियाला सेंटर लेवल से सारे कोप अप कर लिए। अगर इन केस ऊपर वाले की चाह है कि लोगों की अगर सपोर्ट है तो आप उस लेवल तक ना जाइए बट अगर जाना पे तो फिर आपको सब डिवीजन लेवल पे भी शुरू करना पड़ेगा जी। सर कोई ਤੁਹਾਨੂੰ ਲੱਗਦਾ ਹੋਵੇ ਕਿ ਕੋਈ ਗੱਲ ਅਸੀਂ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਆ, ਸਾਡੀ ਮੁਲਾਕਾਤ 'ਚ ਨਹੀਂ ਆ ਸਕੀ, ਤਾਂ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨਾਲ ਜਿਹੜੀ ਉਹ ਜ਼ਰੂਰ ਸਾਂਝੀ ਕਰ ਲਓ। 2-4 ਚੀਜ਼ਾਂ ਜੀ। ਕੋਵਾ ਐਪ ਜਿਹੜੀ ਹੈਗੀ ਪੰਜਾਬ ਸਰਕਾਰ ਨੇ ਬਣਾਇਆ, ਕੋਵਾ ਐਪ ਦਾ ਤੁਸੀਂ ਯੂਜ਼ ਕਰੋ। इंटर स्टेट रजिस्ट्रेशन, अगर तुसी बाहर सूबे तो तुसी पंजाब च आ रहे हो, अगर 72 घंटे के लिए आ रहे हो तो तुहानू क्वारंटाइन करने की लोड़ नहीं है, तुसी वापस जा सकते हो। बट अगर 72 घंटे तो ज़्यादा रह रहे हो, सरकार के थ्रू, सरकार के वालों ये नोटिफिकेशन है कि तुहानू क्वारंटाइन करना पएगा।
ਉਸੇ ਤਰ੍ਹਾਂ ਜਿਹੜੇ ਵੀ ਫੋਰਨਰ ਟਰੈਵਲਰਸ ਆ ਰਹੇ ਉਹਨਾਂ ਨੂੰ ਅਸੀਂ 7 ਦਿਨ ਦਾ ਮੈਂਡੇਟਰੀ ਹੋਟਲ ਕੁਆਰੰਟਾਈਨ ਕਰ ਰਹੇ ਨੇ। ਅਗਰ ਟੈਸਟਿੰਗ ਉਹਦੇ ਬਾਅਦ ਟੈਸਟਿੰਗ ਕਰਦੇ, ਅਗਰ ਪੋਜ਼ਿਟਿਵ ਆ ਜਾਂਦਾ ਤਾਂ ਉਹਨਾਂ ਨੂੰ ਅਸੀਂ ਆਈਸੋਲੇਸ਼ਨ ਸੈਂਟਰ ਭੇਜ ਦਿੰਦੇ, ਨੈਗੇਟਿਵ ਆ ਜਾਂਦਾ ਹੈਗਾ ਤਾਂ ਉਹਨਾਂ ਨੂੰ ਘਰੇ ਭੇਜ ਦਿੰਦੇ ਹੈਗੇ। ਤਾਂ ਕੋਵਾ ਐਪ ਦਾ ਪ੍ਰੋਪਰ ਯੂਜ਼ ਕਰੀਏ। ਸੀਐਮ ਸਾਹਿਬ ਦੇ ਵੱਲੋਂ ਈ ਰਜਿਸਟ੍ਰੇਸ਼ਨ ਜਿਹੜਾ ਪਿਛਲੇ ਹਫਤੇ ਇਨੋਗ੍ਰੇਸ਼ਨ ਕੀਤੀ ਗਈ ਹੈ, ਬੜੀ ਚੰਗੀ ਸਕੀਮ ਹੈਗੀ, ਬੜੀ ਚੰਗੀ ਸੋਰਸ ਆਫ ਫੈਸਿਲਿਟੀ ਹੈਗੀ। ਤੁਸੀਂ ਯੂਜ਼ ਕਰੋ ਜਿਹੜੇ ਬਾਹਰ ਦੇ ਬੰਦੇ ਆ ਰਹੇ ਔਰ ਜਿਹੜੇ ਆਪਣੇ ਪੰਜਾਬ ਤੋਂ ਬਾਹਰ ਜਾ ਰਹੇ ਨੇ। ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੀ, ਅਗਲੇ 1.5 ਮਹੀਨੇ ਮੈਂ ਫਿਰ ਤੋਂ ਬਾਰ-ਬਾਰ ਰਿਪੀਟ ਕਰ ਰਿਹਾ, ਬੜੇ ਕ੍ਰਿਟੀਕਲ ਹੈ ਸਾਡੇ ਲਈ। ਦੇਖिए लॉकडाउन इज़ नॉट द सोल्यूशन। लॉकडाउन करना ਅਸੀਂ ਪ੍ਰੋਲੋਂਗ ਕਰਾਂਗੇ, ਡਿਲੇ ਕਰਾਂਗੇ, ਇਹ ਆਪਾਂ ਨੂੰ ਫੇਸ ਤਾਂ ਕਰਨਾ ਹੀ ਹੈ। ਹੁਣੇ ਫੇਸ ਕਰ ਲਈ ਚਾਹੇ ਬਾਅਦ 'ਚ ਫੇਸ ਕਰ ਲਈ। ਔਰ ਸਾਡਾ ਇਨਫਰਾਸਟ੍ਰਕਚਰ ਹਾਲੇ ਬਹੁਤ ਜ਼ਿਆਦਾ ਹੈ। तो आई एम वेरी श्योर एज अ डिस्ट्रिक्ट एडमिनिस्ट्रेटर मैं बहुत कॉन्फिडेंट हैगा अगर केसेस ਵੱਧਦੇ ਵੀ ਅਸੀਂ ਨਜਿੱਠਣ ਲਈ ਅਸੀਂ ਪੂਰੇ ਇਕਵਿਪਡ ਹੈਗੇ। ਬਟ ਲੋਕਾਂ ਨੂੰ ਫਿਰ ਤੋਂ ਮੈਂ ਵਹੀ ਕਰਾਂ, ਮਾਸਕ ਅਗਰ ਸੋਸ਼ਲ ਡਿਸਟੈਂਸਿੰਗ ਤੁਸੀਂ ਯੂਜ਼ ਕਰ ਲੋਗੇ, आई एम प्रिटी श्योर कि ਤੁਹਾਨੂੰ ਕੁਝ ਨਹੀਂ ਹੋਏਗਾ ਜੀ। ਸਾਡੇ ਪਟਿਆਲੇ 'ਚ ਸਭ ਤੋਂ ਪਹਿਲਾਂ ਕਰਫਿਊ ਸ਼ੁਰੂ ਹੋਇਆ ਸੀ 23 ਮਾਰਚ ਨੂੰ, ਜਿਹੜਾ ਉਹ ਦੁਪਹਿਰੇ ਅਨਾਉਂਸ ਹੋ ਚੁੱਕਿਆ ਸੀ। ਤੇ ਕੀ ਆਉਣ ਵਾਲੇ ਸਮੇਂ ਵਿੱਚ ਲੋਕਡਾਊਨ ਦੀ ਤਾਂ ਕੋਈ ਸੰਭਾਵਨਾ ਨਹੀਂ ਕਿ ਜਿਸ ਤਰ੍ਹਾਂ ਇੱਕ ਵਾਰੀ ਹੁਣ ਬਿਹਾਰ ਨੂੰ ਦੁਬਾਰੇ ਕਰਨਾ ਪੈ ਗਿਆ, ਪੰਜਾਬ ਦੀਆਂ ਜਾਂ ਪਟਿਆਲੇ ਦੀਆਂ ਉਹ ਸਥਿਤੀਆਂ ਤੇ ਨਹੀਂ ਹੈਗੀਆਂ? ਮੇਰੇ ਇਖਤਿਆਰਾਤ ਨਹੀਂ ਹੈ ਲੋਕਡਾਊਨ ਦੇ, ਬਾਕੀ ਸਾਡੇ ਵੱਲੋਂ ਫੀਡਬੈਕ ਲਿੱਤੇ ਜਾਂਦੇ ਹੈਗੇ। ਬਾਕੀ ਮੈਨੂੰ ਇਹ ਲੱਗਦਾ ਹੈ ਐਜ਼ ਅ ਐਡਮਿਨਿਸਟ੍ਰੇਟਰ ਪਰਸਨਲੀ ਹਾਲੇ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ। ਬਾਕੀ ਸਰਕਾਰ, ਹੋਮ ਡਿਪਾਰਟਮੈਂਟ, ਗਵਰਨਮੈਂਟ ਆਫ ਇੰਡੀਆ, ਹੋਮ ਸੈਕਟਰੀ ਉੱਥੇ ਹੈਗੇ, ਉਹਨਾਂ ਦਾ ਪ੍ਰੈਰੋਗੇਟਿਵ ਹੈਗਾ, ਜਿਵੇਂ ਉਹ ਆਦੇਸ਼ ਕਰਨਗੇ ਅਸੀਂ ਉਹ ਕਰਾਂਗੇ। ਬਟ फ्रॉम दी पटियालाज परस्पेक्टिव जब मेरे 85% बैड खाली ने, मैं बैड की बार बार इसलिए गल करता, इंफ्रास्ट्रक्चर बड़ा इंपॉर्टेंट है। तुसी बाहर दे इस कंट्री 'ਚ देखा कि बैड ही नहीं मिले लोगों को। साढ़े कोल 50 तो ज़्यादा वेंटिलेटर है, पैरामेडिक्स है, डॉक्टर्स हैं, तो वी आर वेल इक्विप्ड। बट द पॉइंट इज़ आप जिन्ना इनू डिले करांगे ये डिले होता जाएगा, ਆਪਾਂ ਨੂੰ फेस तो करना ही है एक ना एक दिन। वाई नॉट आज, वाई नॉट टुडे। ਜੀ ਇੱਕ ਗੱਲ ਡਿਸਾ ਬੜੀ ਹਰ ਇੱਕ ਪੱਧਰ ਤੇ, ਚਾਹੇ ਉਹ ਕਿਸੇ ਦੇਸ਼ ਦੀ ਗੱਲ ਹੈ ਚਾਹੇ ਪ੍ਰਦੇਸ਼ ਦੀ ਗੱਲ ਹੈਗੀ ਹੈ, ਉਹ ਸਾਹਮਣੇ ਇਹ ਆ ਰਹੀ ਹੈ ਕਿ ਸਾਡੀ ਟੈਸਟਿੰਗ ਕਪੈਸਿਟੀ ਜਿਹੜੀ ਹੈ ਉਹ ਬਹੁਤ ਘੱਟ ਹੈ। ਸਾਡੇ ਤੇ ਜਿਵੇਂ ਅਸੀਂ ਨੈਸ਼ਨਲ ਪੱਧਰ ਤੋਂ ਵੀ ਪਟਿਆਲੇ ਦੀ ਉੱਪਰ ਹੈ, ਤੁਸੀਂ 16,000 ਪ੍ਰਤੀ 10 ਲੱਖ ਦੇ ਪਿੱਛੇ ਕਰ ਰਹੇ ਹੋ। ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵਧੇਗੀ ਤੇ ਫਿਰ ਇਹਦੇ ਨਾਲ ਲੱਗਦਾ ਹੈ ਕਿ ਹੋਰ ਪੇਸ਼ੈਂਟ ਆਉਣਗੇ। ਆਪਾਂ ਵਧਾ ਰਹੇ ਹਾਂ ਇਹਦੇ ਬਾਰੇ? एकदम बता रहे हैं जी। आप टेस्टिंग ताही वधाई कि साढ़े कोल फैसिलिटीज़ हैगी। आज 16,000 प्रति मिलियन साडी टेस्टिंग हैगी। ਅਸੀਂ ਐਂਟੀਜਨ ਟੈਸਟਿੰਗ ਵੀ ਸ਼ੁਰੂ ਕਰਤਾ, ਜਿਹੜਾ ਰਿਜ਼ਲਟ ਸਾਨੂੰ 10 ਮਿੰਟ 'ਚ ਮਿਲ ਜਾਂਦਾ ਹੈ। CBNet ਮਸ਼ੀਨ TB ਹਸਪੀਟਲ 'ਚ ਹੈਗੀ, ਜੋ ਬਹੁਤ ਹੀ ਛੇਤੀ ਸਾਨੂੰ ਰਿਜ਼ਲਟ ਦੇ ਦਿੰਦੀ ਹੈਗੀ। ਅਸੀਂ ਕਤਰਾ ਨਹੀਂ ਰਹੇ ਟੈਸਟਿੰਗ ਕਰਨ ਲਈ, ਅਸੀਂ ਕੰਟੈਕਟ ਟ੍ਰੇਸਿੰਗ ਦੇ 'ਚ ਨਹੀਂ ਕਤਰਾਂਦੇ। ਇੱਕ ਬੜੀ ਚੰਗੀ ਗੱਲ ਹੈ ਕਿ ਇੱਕ ਪੋਜ਼ਿਟਿਵ ਕੇਸ ਦੇ ਪਿੱਛੇ ਅਸੀਂ 1200 ਬੰਦਿਆਂ ਨੂੰ ਕੁਆਰੰਟਾਈਨ ਕੀਤਾ ਸੀਗਾ ਇੱਕ ਵਾਰ ਰਾਜਪੁਰੇ। ਰਾਜਪੁਰਾ ਬਿਕੇਮ ਅ ਹੌਟਸਪੌਟ ਐਂਡ ਅਸੀਂ ਉਹਨਾਂ ਨੂੰ ਉੱਥੇ ਕੈਂਪਿੰਗ ਕਰਕੇ 3 ਦਿਨ ਉਸ ਹੌਟਸਪੌਟ ਨੂੰ ਅਸੀਂ ਇੱਕਦਮ ਹੀ ਡਾਇਲਿਊਟ ਕੀਤਾ ਸੀਗਾ। तो ये इतने एक्चुअली वी हैव टू फेस द रियलिटी एंड टेस्टिंग तो करनी पड़ेगी जी। वी डोंट हैव अ चॉइस, विदाउट टेस्टिंग सानू पता ही नहीं चलना। ਸੋ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ ਕਿ ਜੀ ਅਸੀਂ ਹਰ ਹਫਤੇ ਸਾਡੀ ਟੈਸਟਿੰਗ ਕੈਪੈਸਿਟੀ ਵਧ ਰਹੀ ਨੇ। ਹੁਣ ਵੀ ਐਂਟੀਜਨ ਟੈਸਟਿੰਗ ਅਸੀਂ ਪਰਸੋਂ ਸ਼ੁਰੂ ਕਰਾਈ ਹੈ। CBNet ਦੀ ਮਸ਼ੀਨ ਹੁਣ ਵੈਲ ਇਕਵਿਪਡ ਹੋ ਗਈ ਹੈ। 100 ਕੇਸਿਸ ਔਰ ਵਧ ਗਏ ਨੇ, 100 ਟੈਸਟਿੰਗ। ਤਾਂ ਹਰ ਰੋਜ਼ ਅਸੀਂ ਉਸ ਇਨਫਰਾਸਟ੍ਰਕਚਰ ਨੂੰ ਵਧਾ ਹੀ ਰਹੇ। ਅਸੀਂ ਚਾਹਾਂਗੇ ਕਿ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਅਖੀਰ ਦੇ ਵਿੱਚ ਜਿਹੜੇ ਖਾਸ ਕੋਵਿਡ ਤੋਂ ਬਚਣ ਦੇ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਇਹ ਕੰਮ ਕਰੋ, ਉਹ ਤੁਸੀਂ ਉਹਨਾਂ ਨੂੰ ਇੱਕ ਵਾਰੀ ਫੇਰ ਅਪੀਲ ਕਰ ਦਿਓ। ਥੈਂਕ ਯੂ ਜੀ। ਬੜੀ ਇੰਪੋਰਟੈਂਟ ਚੀਜ਼ ਹੈ। ਸਭ ਤੋਂ ਪਹਿਲੇ ਜਦ ਤੱਕ ਬਹੁਤ ਹੀ ਇੰਪੋਰਟੈਂਟ ਨਹੀਂ ਹੈ ਤੁਸੀਂ ਬਾਹਰ ਨਾ ਨਿਕਲੋ, ਘਰੋਂ ਆਪਣੇ ਘਰੇ ਰਹੋ। ਸੈਕੰਡਲੀ ਤੁਹਾਡੇ ਅਗਰ ਘਰੇ ਕੋਈ ਬਜ਼ੁਰਗ ਹੈ, ਕੋਈ ਛੋਟੇ ਬੱਚੇ ਨੇ, ਕੋਈ ਪ੍ਰੈਗਨੈਂਟ ਲੇਡੀਜ਼ ਹੈਗੇ, ਕੋਈ ਕੋਮੋਰਬਿਡ ਪੇਸ਼ੈਂਟਸ ਹੈਗੇ, ਤੁਹਾਡੀ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੁਸੀਂ ਬਾਹਰ ਜਾ ਕੇ ਜਾਓਗੇ, ਇਨਫੈਕਟ ਹੋਗੇ ਤਾਂ ਸਭ ਪੂਰੇ ਪਰਿਵਾਰ ਜਿਹੜਾ ਇਨਫੈਕਟ ਹੁੰਦਾ ਹੈ। मेरी ਜਿਹੜੀ एक्सपीरियंस है, जब एक बंदा कोई पॉजिटिव है उसने पूरे परिवार को पॉजिटिव किया। सैकेंड थर्डली मास्क का ज़रूर उपयोग करो। कोशिश ये करो कि जब भी तुसी घरों बाहर अपना कदम रख दो मास्क पहन के निकलो। एक सोशल डिस्टेंसिंग की वरतों करो जी। ਜਦੋਂ ਤੁਸੀਂ ਆਪਣੇ ਦੋਸਤ ਦੇ ਨਾਲ ਬੈਠੇ ਹੋ, ਪਰਿਵਾਰ ਦੇ ਨਾਲ ਬੈਠੇ ਹੋ, ਅਗਰ ਬੈਠੇ ਵੀ ਹੋ ਤਾਂ ਬਹੁਤ ਕਲੋਜ਼ ਨਾ ਜਾਓ ਜੀ। ਬੱਚਿਆਂ ਨੂੰ ਬਹੁਤ ਜ਼ਿਆਦਾ ਕਲੋਜ਼ ਨਾ ਰੱਖੋ, ਆਪਣੇ ਬਜ਼ੁਰਗ ਨਾਲ ਬਹੁਤ ਜ਼ਿਆਦਾ ਕਲੋਜ਼ ਨਾ ਰੱਖੋ। लास्ट अपने हाथ ज़रूर धो, साफ़ सुथरा रखो, नहाओ धो चंगी तरह, गर्म खाना खाओ, गर्म पानी पियो। आई थिंक ये 4 मंत्र है, इस तो चंगी कोई चीज़ नहीं। आप क्यों अननेसेसरी अपने आप ਨੂੰ जोखिम ਤੇ ਆਪਣੇ ਪਰਿਵਾਰ ਨੂੰ जोखिम 'ਚ डालना। ਜਿਸ ਤਰ੍ਹਾਂ ਕਿ ਬੜੀ ਸਪਸ਼ਟ ਗੱਲ ਜਿਹੜੀ ਆ ਹੋ ਚੁੱਕੀ ਹੋਈ ਹੈ ਕਿ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਹੈ ਕਿ ਅੱਜ ਦੀ ਮੁਲਾਕਾਤ ਦੇ ਵਿੱਚ ਵੀ ਜਦੋਂ ਕਿ TV ਦੇ ਉੱਤੇ ਮੁਲਾਕਾਤ ਹੁੰਦੀ ਹੋਵੇ ਤੇ ਸਾਡਾ ਹਰ ਇੱਕ ਦਾ ਇਹ ਮਨੀ ਇੱਛਾ ਹੁੰਦੀ ਹੈ ਕਿ ਮੇਰੀ ਜਿਹੜੀ ਆ ਸ਼ਕਲ ਜਿਹੜੀ ਆ ਵੇਖਣ, ਪਰ DC ਸਾਹਿਬ ਨੇ ਵੀ ਇਸ ਗੱਲ ਨੂੰ ਕਿਹਾ ਕਿ ਅਸੀਂ ਮਾਸਕ ਪਾ ਕੇ ਹੀ ਜਿਹੜਾ ਉਹ ਇੰਟਰਵਿਊ ਕਰਨੀ ਹੈ। ਸੋ ਇਹ ਇੱਕ ਸੁਨੇਹਾ ਹੈ, ਬਹੁਤ ਸਖਤ ਸੁਨੇਹਾ ਸਮਝ ਲਓ ਕਿ ਬਿਨਾਂ ਮਾਸਕ ਤੋਂ ਅਸੀਂ ਘਰੋਂ ਬਾਹਰ ਨਹੀਂ ਨਿਕਲਣਾ। ਆਪਣੇ ਹੱਥ ਵਾਰ-ਵਾਰ ਧੋਣੇ ਨੇ ਔਰ ਨੱਕ ਮੂੰਹ ਤੇ ਅਸੀਂ ਆਪਣੇ ਅੱਖਾਂ ਨੂੰ ਹੱਥ ਜਿਹੜੇ ਆ ਉਹ ਬਿਲਕੁਲ ਨਹੀਂ ਲਾਉਣੇ। ਸੋਸ਼ਲ ਡਿਸਟੈਂਸ ਦੀ ਤਾਂ ਜਿਹੜੀ ਗੱਲ ਹੈ ਉਹ ਵਾਰ-ਵਾਰ ਕੀਤੀ ਜਾ ਰਹੀ ਹੈ।
ਸਾਡੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇਨਫਰਾਸਟ੍ਰਕਚਰ ਭਾਵ ਕਿ ਮੈਡੀਕਲ ਫੈਸਿਲਿਟੀਜ਼ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਕਿ ਉਹ ਵੱਡੇ ਪੱਧਰ ਤੇ ਨੇ। ਉਹਨਾਂ ਦੇ ਵਿੱਚੋਂ ਬਹੁਤ ਫੈਸਿਲਿਟੀਜ਼ ਹਾਲੇ ਅਸੀਂ ਨਹੀਂ ਵਰਤੀਆਂ ਹੈਗੀਆਂ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਐਕਸਟੈਂਡ ਕੀਤੀਆਂ ਜਾਣਗੀਆਂ। ਪਰ ਇਸ ਵਾਰ ਜਿਹੜੀ ਗੱਲ ਲੋਕਾਂ 'ਚ ਮਹਿਸੂਸ ਕੀਤੀ ਜਾ ਰਹੀ ਹੈ, ਜਿਹੜੇ ਲੋਕ ਮੀਡੀਆ ਨਾਲ ਜੁੜੇ ਹੋਏ ਨੇ, ਡਾਕਟਰੀ ਪੇਸ਼ੇ ਨਾਲ ਜੁੜੇ ਆ, ਪ੍ਰਸ਼ਾਸਨ ਨਾਲ ਜੁੜੇ ਆ, ਉੱਥੇ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਸ ਵਾਰ ਸਰਕਾਰ ਘੱਟ ਫੇਲ ਹੋਈ ਹੈ, ਸਮਾਜ ਜ਼ਿਆਦਾ ਫੇਲ ਹੋਇਆ, ਕਿਉਂਕਿ ਅਸੀਂ ਲੋਕਾਂ ਨੇ ਬਹੁਤ ਸਾਰੀਆਂ ਉਲੰਘਣਾਵਾਂ ਕੀਤੀਆਂ ਨੇ, ਜਿਹਦਾ ਕਾਰਨ ਹੈ ਕਿ ਇੱਕ ਵਾਰੀ ਫੇਰ ਜਿਹੜੇ ਕੋਰੋਨਾ ਕੋਵਿਡ-19 ਦੇ ਕੇਸ ਨੇ ਉਹ ਵਧਣੇ ਸ਼ੁਰੂ ਹੋਏ ਆ ਔਰ ਸਾਡੇ ਹਰ ਗਲੀ, ਹਰ ਮੁਹੱਲੇ, ਹਰ ਘਰ ਦੇ ਵਿੱਚ ਇਹ ਚਿੰਤਾ ਪ੍ਰਗਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਵਕਤ ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਇਸ ਸੰਕਟ ਦੇ ਵਿੱਚੋਂ ਕੱਢੇ ਤੇ ਸਾਡੇ ਪਟਿਆਲਾ ਜ਼ਿਲ੍ਹੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹਨਾਂ ਦੇ ਰਿਜ਼ਲਟ ਜਿਹੜੇ ਆ ਸਾਨੂੰ ਬੜੀ ਛੇਤੀ ਆਉਣਗੇ। ਸਾਨੂੰ ਘਬਰਾਉਣ ਦੀ ਲੋੜ ਨਹੀਂ, ਪ੍ਰਸ਼ਾਸਨ ਸਾਡੇ ਨਾਲ ਹੈ, ਲੇਕਿਨ ਇਸ ਵਕਤ ਲੋੜ ਹੈ ਕਿ ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲੋ ਕਿ ਜੋ ਪ੍ਰਸ਼ਾਸਨ, ਜੋ ਡਾਕਟਰ, ਜੋ ਸਰਕਾਰ ਕਹਿੰਦੀ ਹੈ ਉਸ ਦੇ ਉੱਤੇ ਆਪਾਂ ਪੂਰੀ ਤਰ੍ਹਾਂ ਅਮਲ ਕਰੀਏ, ਤਾਂ ਹੀ ਆਪਾਂ ਇਸ ਸੰਕਟ ਚੋਂ ਨਿਕਲਾਂਗੇ। ਔਰ ਇੱਕ ਇੱਕ ਵਿਅਕਤੀ ਜਿਹੜਾ ਉਹ ਆਪਣੇ ਆਪ ਦੇ ਵਕਤ ਇਸ ਕਰੋਨਾ ਯੁੱਧ ਦੇ ਵਿੱਚ ਯੋਧਾ ਹੈ। ਸੋ ਡੀਸੀ ਸਾਹਿਬ ਸਾਡੇ ਨਾਲ ਇੰਨੀ ਵਿਸਥਾਰ 'ਚ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦਸਤਕ ਵਿੱਚ ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਮੁਲਾਕਾਤ ਕੋਰੋਨਾ ਮਹਾਮਾਰੀ ਭਵਿੱਖ ਦੀਆਂ ਚੁਣੌਤੀਆਂ ਲਈ ਪਟਿਆਲਾ ਵਿੱਚ ਤਿਆਰੀਆਂ। ਇਹ ਮੁਲਾਕਾਤ ਕੀਤੀ ਸੀ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨਾਲ ਅਮਰਜੀਤ ਵੜੈਚ ਨੇ। ਕੋਰੋਨਾ ਤੋਂ ਡਰੋ ਨਾ, ਡਰੋ ਨਾ। एक नवी बीमारी चली है, बई जागते रहना, बई जागते रहना, बई जागते रहना, बई जागते रहना।